शबदीश पंजाबी के बहुत अच्छे पोइट ने, नाटककार ने और इस करके उन्होंने मेरे बहुत सारे नाटकों के जो मैं डायरैक्ट किए नाटक उन्होंने गीत लिखे ने उन्होंने। तो उन्होंने फायदा यह होंगे कि उन्होंने थिएटर की भी समझ हैगी है तो पोइट्री की समझ तो है ही है क्योंकि बेसिकली वो पोइट ने। तो उन्होंने मेरे बहुत सारे नाटकों के गीत लिखे ने जिमें हुमस है, केर सिंह की मौत है, तो तलाक है, तो होर भी कई नाटक ने। उन्होंने मतलब यह है कि जो थिएटर की जिन्होंने समझ होगी ना ਉਹਦੇ ਕੋਲ ਫਿਰ ਤੁਹਾਨੂੰ ਜ਼ਿਆਦਾ ਉਹ ਨਹੀਂ ਕਿਉਂਕਿ ਪੂਰੀ ਪਹਿਲਾਂ ਤਾਂ ਕਹਾਣੀ ਸੁਣਦੇ ਨੇ, ਉਹਦੇ ਵਿੱਚ ਜਿਹੜੇ ਫਿਲਰ ਨੇ ਜਿਵੇਂ ਇੱਕ ਸੀਨ ਤੋਂ ਬਾਅਦ ਦੂਜੇ ਸੀਨ ਦੇ ਵਿੱਚ ਮਰਜ ਕਿੱਦਾਂ ਕਰਨਾ ਉਸ ਸੀਨ ਨੂੰ, ਉਹ ਜਿਹੜਾ ਕੰਮ ਹੈ ਉਹ ਸਬਦੀਸ਼ ਹੀ ਕਰ ਸਕਦਾ ਕਿਉਂਕਿ ਉਹਨੂੰ ਪੋਇਟਰੀ ਦੀ ਸਮਝ ਤਾਂ ਹੀ ਹੈ ਤੇ ਥੀਏਟਰ ਦੀ ਵੀ ਸਮਝ ਹੈ। ਉਹਨਾਂ ਕੋਲ ਸ਼ਬਦ ਨੇ, ਉਹਨਾਂ ਕੋਲ ਇੱਕ ਮਤਲਬ ਇੱਕ ਸਮਝ ਹੈਗੀ ਹੈ ਜਿਹੜੀ ਥੀਏਟਰ ਦੀ ਤੇ ਪੋਇਟਰੀ ਦੀ ਜਿਹੜੀ ਉਹਨਾਂ ਨੂੰ ਵੱਡਾ ਕਵੀ ਬਣਾਉਂਦੀ ਹੈ ਸਾਡੇ ਥੀਏਟਰ ਦਾ। क्योंकि थिएटर लिए लिखण लिए कोई आम बंदा नहीं लिख सकता, वो थिएटर लिए जो जिन्होंने थिएटर की समझ होवे उही थिएटर लिए जो गीत है जो लिख सकता। तो इस करके साडा बहुत अच्छा रिश्ता बनया है। तो असी कई बार गीत जोड़ा है वो बड़े छोटे करने पैंदे ने तो खुली छुट्टी भी दे दिंदा कि जिथे तू कटना तो कट ले। तो इस करके थोड़ा उहदे नाल कंफर्टेबल भी रहने। तो मैं कहना कि अच्छा काम है, वो करते रहना चाहिए यह काम। शबदीश ਨੂੰ ਮੈਂ ਲੰਮੇ ਸਮੇਂ ਤੋਂ ਜਾਣਦਾ। ਸ਼ਬਦੀਸ਼ ਇਸ ਵੇਲੇ ਸਾਡੇ ਪੰਜਾਬੀ ਰੰਗਮੰਚ ਪਰਿਵਾਰ ਦਾ ਹਿੱਸਾ ਵੀ ਹੈ ਔਰ ਸ਼ਬਦੀਸ਼ ਨੂੰ ਸੱਚੀ ਗੱਲ ਮੈਂ ਪਹਿਲੇ ਬਤੌਰ ਇੱਕ ਪੋਇਟ ਹੀ ਜਾਣਦਾ ਸੀਗਾ ਕਿ ਉਸ ਦੀ ਪੋਇਟਰੀ ਜਿਹੜੀ ਅਸੀਂ ਖਾਸ ਤੌਰ ਤੇ ਉਦੋਂ ਮੌਕਾ ਮਿਲਿਆ ਜਦੋਂ ਮੈਂ ਗਦਰੀ ਬਾਬਿਆਂ ਦੇ ਮੇਲੇ ਲਈ ਵਰਕਸ਼ਾਪ ਲਗਾਈ ਜਲੰਧਰ ਦੇ ਵਿੱਚ। ਤੇ ਉਸ ਸਮੇਂ ਦੇ ਵਿੱਚ ਅਸੀਂ ਬਹੁਤ ਨੇੜੇ ਤੋਂ ਇੱਕ ਦੂਜੇ ਨੂੰ ਮਿਲੇ, ਜਾਣਿਆ, ਉਹਦੀ ਪੋਇਟਰੀ ਨੂੰ ਮੈਂ ਸਮਝਿਆ ਔਰ ਫਿਰ ਉਹਦਾ ਖਾਸ ਤੌਰ ਤੇ ਜਿਹੜਾ ਇਸ ਪਾਸੇ ਝੁਕਾਅ ਸੀ ਨਾਟਕਾਂ ਦੀ ਬਣਤਰ ਵੱਲ। ਔਰ ਫਿਰ ਇੱਕ ਮੌਕਾ ਅਜਿਹਾ ਬਣ ਗਿਆ ਕਿ ਅਨੀਤਾ ਦੇ ਨਾਲ ਸ਼ਬਦੀਸ਼ ਦੀ ਜਦੋਂ ਸ਼ਾਦੀ ਹੋਈ ਤਾਂ ਫਿਰ ਸ਼ਬਦੀਸ਼ ਪੂਰੀ ਤਰ੍ਹਾਂ ਫਿਰ ਰੰਗਮੰਚ ਵਾਲਾ ਬਣ ਗਿਆ। ਉਸਨੇ ਰੰਗਮੰਚ ਲਈ ਨਾਟਕ ਲਿਖੇ ਔਰ ਮੇਰੇ ਲਈ ਸ਼ਬਦੀਸ਼ ਨਾਲ ਇਸ ਤਰ੍ਹਾਂ ਦੀ ਸਾਂਝ ਹੈ ਕਿ ਸ਼ਬਦੀਸ਼ ਨੇ ਮੇਰੇ ਕਈ ਨਾਟਕਾਂ ਦੇ ਗੀਤ ਲਿਖੇ ਔਰ ਮੈਂ ਸਮਝਦਾ ਕਿ ਮੇਰੇ ਨਾਟਕਾਂ ਦੇ ਗੀਤ ਜਿਵੇਂ ਮੈਂ ਸੁਰਜੀਤ ਪਾਤਰ ਹੋਰਾਂ ਨੇ ਵੀ ਲਿਖੇ, ਡਾਕਟਰ ਸ਼ਹਿਰਯਾਰ ਹੋਰਾਂ ਨੇ ਵੀ ਲਿਖੇ, ਹੋਰ ਵੀ ਕਈ ਦੋਸਤਾਂ ਦੇ ਗੀਤ ਜਿਹੜੇ ਆ ਮੈਂ ਆਪਣੇ ਨਾਟਕਾਂ ਦੇ ਵਿੱਚ ਬਹੁਤ ਵਾਰੀ ਇਸਤੇਮਾਲ ਕੀਤੇ। ਪਰ ਸ਼ਬਦੀਸ਼ ਨੇ ਆਪਣੇ ਤਰੀਕੇ ਦੇ ਨਾਲ ਉਹਦਾ ਆਪਣਾ ਇੱਕ ਮੁਹਾਂਦਰਾ ਹੈ ਕਿਉਂਕਿ ਉਹ ਨਾਟਕ ਨੂੰ ਜਿਸ ਤਰ੍ਹਾਂ ਸਮਝਦਾ ਹੈ ਔਰ ਜਿਸ ਤਰ੍ਹਾਂ ਨੇੜੇ ਤੋਂ ਉਸ ਚੀਜ਼ ਨੂੰ ਵਾਚਦਾ ਔਰ ਉਸ ਤਰ੍ਹਾਂ ਉਹਨੇ ਮੇਰੇ ਨਾਟਕਾਂ ਦੇ ਗੀਤ ਲਿਖੇ। ਸ਼ਬਦੀਸ਼ ਦੇ ਕੰਮ ਦੀ, ਉਹਦੀ ਪੋਇਟਰੀ ਲਿਖਣ ਦੀ, ਉਹਦੇ ਗੀਤਾਂ ਦੀ ਖੂਬਸੂਰਤੀ ਹੈ ਕਿ ਸ਼ਬਦੀਸ਼ ਜਦੋਂ ਸਾਡੇ ਨਾਟਕਾਂ ਲਈ ਗੀਤ ਲਿਖਦਾ ਹੈ ਤਾਂ ਸ਼ਬਦੀਸ਼ ਪੂਰੀ ਤਰ੍ਹਾਂ ਉਸ ਨਾਟਕ ਦੇ ਨਾਲ ਤੁਰਦਾ ਹੈ ਔਰ ਉਹਦੇ ਨਾਟਕ ਦੇ ਬੈਕਗ੍ਰਾਉਂਡ ਤੱਕ, ਉਹਦੇ ਪਿਛੋਕੜ ਤੱਕ, ਉਹਦੇ ਆਲੇ ਦੁਆਲੇ ਨੂੰ ਸਮਝਣ ਦੀ ਕੋਸ਼ਿਸ਼ ਕਰਦਾ। ਇਹ ਬਹੁਤ ਖੂਬਸੂਰਤੀ ਹੈ ਸ਼ਬਦੀਸ਼ ਦੀ। ਸ਼ਬਦੀਸ਼ ਨੇ ਮੇਰੇ ਨਾਟਕ ਕਿਸ ਠੱਗ ਨੇ ਲੁੱਟਿਆ ਸ਼ਹਿਰ ਮੇਰਾ ਉਹਦੇ ਲਈ ਗੀਤ ਲਿਖੇ ਔਰ ਉਹ ਗੀਤ ਜਿਹੜੇ ਉਹ ਨਾਟਕ ਦਾ ਹਿੱਸਾ ਬਣ ਗਏ। ਉਹਦੇ ਲਈ ਕੁਝ ਪੋਇਟਰੀ ਦੀਆਂ ਲਾਈਨਾਂ ਵੀ ਲਿਖੀਆਂ ਔਰ ਉਹ ਇੰਜ ਲੱਗਾ ਕਿ ਜਿਵੇਂ ਉਹ ਸਕ੍ਰਿਪਟ ਦੇ ਵਿੱਚ ਸ਼ਾਇਦ ਪਹਿਲਾਂ ਹੀ ਮੌਜੂਦ ਸੀਗੀਆਂ ਉਹ ਲਾਈਨਾਂ ਜਿਹੜੀਆਂ ਸ਼ਬਦੀਸ਼ ਨੇ ਲਿਖੀਆਂ। ਯਾਨੀ ਇੰਨਾ ਇੱਕਮਿਕ ਹੋ ਜਾਂਦਾ ਸ਼ਬਦੀਸ਼ ਦੇ ਸ਼ਬਦ ਤੇ ਨਾਟਕ ਦੇ ਇਹ ਸੀਨ ਜਿਹੜੇ ਆ ਉਹ ਬਿਲਕੁਲ ਇੱਕਮਿਕ ਹੋ ਜਾਂਦੇ ਆ। ਮੇਰੇ ਨਾਟਕ ਜਿਹੜਾ ਬਲਵੰਤ ਗਾਰਗੀ ਦਾ ਮੈਂ ਨਾਟਕ ਸੌਂਕਣ ਖੇਡਿਆ ਉਹਦੇ ਲਈ ਵੀ ਸ਼ਬਦੀਸ਼ ਨੇ ਉਹ ਕਮਾਲ ਦੇ ਗੀਤ ਲਿਖੇ ਔਰ ਕਮਾਲ ਦੀ ਪੋਇਟਰੀ ਉਹਦੀ ਲਿਖੀ ਔਰ ਮੈਂ ਸਮਝਦਾ ਕਿ ਉਹ ਪੋਇਟਰੀ, ਉਹ ਗੀਤ ਅਗਰ ਉਸ ਨਾਟਕ ਦਾ ਹਿੱਸਾ ਨਾ ਹੁੰਦੇ ਤਾਂ ਸ਼ਾਇਦ ਉਹ ਸੌਂਕਣ ਨਾਟਕ ਜਿਹੜਾ ਮੇਰਾ ਉਹ ਇੰਨਾ ਸਫਲ ਨਾ ਹੋ ਸਕਦਾ। ਸ਼ਬਦੀਸ਼ ਹੁਣ ਵੀ ਮੇਰੇ ਇੱਕ ਨਾਟਕ ਮਰਾਸੀ ਮੌਲੀਅਰ ਵਾਸਤੇ ਗੀਤ ਲਿਖ ਰਿਹਾ ਹੈ ਔਰ ਨਾਟਕਕਾਰ ਦੀ ਉਹ ਕਹਾਣੀ ਹੈ ਔਰ ਨਾਟਕਕਾਰ ਦੀ ਉਸ ਕਹਾਣੀ ਨੂੰ ਸਮਝਣ ਲਈ ਮੈਨੂੰ ਲੱਗਾ ਕਿ ਉਹਨਾਂ ਗੀਤਾਂ ਵਾਸਤੇ ਸ਼ਬਦੀਸ਼ ਤੋਂ ਵਧੀਆ ਕੋਈ ਹੋਰ ਇਨਸਾਫ ਨਹੀਂ ਕਰ ਸਕਦਾ। ਸੋ ਮੈਂ ਸ਼ਬਦੀਸ਼ ਨੂੰ ਮੈਂ ਸਕ੍ਰਿਪਟ ਭੇਜੀ ਔਰ ਉਸ ਨੇ ਫਿਰ ਸਾਰੀ ਉਹਦੀ ਬੈਕਗ੍ਰਾਉਂਡ ਦੇ ਵਿੱਚ ਜਾ ਕੇ ਉਹਨੇ ਜਿਹੜੇ ਪਹਿਲੇ ਗੀਤ ਲਿਖੇ ਮੈਨੂੰ ਸੁਣਾਏ, ਬੜੇ ਬਿਹਤਰੀਨ ਬਣੇ। ਹਾਲੇ ਉਹ ਗੀਤ ਹੋਰ ਵੀ ਲਿਖ ਰਹੇ ਉਹਦੇ ਬਾਰੇ ਔਰ ਮੈਨੂੰ ਉਮੀਦ ਹੈ ਕਿ ਆਉਣ ਵਾਲੇ ਸਮੇਂ ਦੇ ਵਿੱਚ ਜਦੋਂ ਅਸੀਂ ਇਹ ਨਾਟਕ ਖੇਡਾਂਗੇ ਮਰਾਸੀ ਮੌਲੀਅਰ ਤਾਂ ਤੁਸੀਂ ਦੇਖੋਗੇ ਕਿ ਉਹ ਗੀਤ ਕਿਵੇਂ ਜਿਹੜੇ ਆ ਕਿ ਉਸ ਨਾਟਕ ਦਾ ਹਿੱਸਾ ਬਣ ਜਾਂਦੇ ਆ ਔਰ ਉਸ ਪੇਸ਼ਕਾਰੀ ਦੀ ਖੂਬਸੂਰਤੀ ਦਾ ਉਹ ਗਵਾਹ ਵੀ ਬਣਨਗੇ। ਜੇਕਰ ਅਸੀਂ ਸ਼ਬਦੀਸ਼ ਹੋਰਾਂ ਦੀ ਨਾਟਕਕਾਰੀ ਦੀ ਗੱਲ ਕਰੀਏ
ਤਾਂ ਮੈਂ ਸਮਝਦਾ ਕਿ ਪਿਛਲੇ ਸਮਿਆਂ ਦੇ ਵਿੱਚ ਜਿੰਨੇ ਵੀ ਸਾਡੇ ਕੋਲ ਸਾਡੇ ਤੋਂ ਅਗਲੀ ਪੀੜ੍ਹੀ ਦੇ ਨਾਟਕਕਾਰ ਆਏ ਨੇ ਜਿਹੜੇ, ਔਰ ਕਿਉਂਕਿ ਸ਼ਬਦੀਸ਼ ਦੇ ਕੋਲ ਇੱਕ ਗੱਲ ਬਿਹਤਰੀਨ ਹੈ ਕਿ ਉਹਦੇ ਕੋਲ ਪੋਇਟਰੀ ਹੈ, ਉਹਦੇ ਕੋਲ ਚੋਣਵੇਂ ਸ਼ਬਦ ਨੇ, ਉਹਦੀ ਸਕ੍ਰਿਪਟ ਦੇ ਵਿੱਚ, ਉਹਦੇ ਨਾਟਕਾਂ ਦੇ ਵਿੱਚ ਉਹ ਇੱਕ ਕਾਵਕ ਮਹਾਂਦਰਾ ਜ਼ਰੂਰ ਸਾਨੂੰ ਵੇਖਣ ਨੂੰ ਮਿਲਦਾ ਹੈ, ਉਹ ਸੁਣਨ ਨੂੰ ਮਿਲਦਾ ਹੈ। ਉਹਦੇ ਡਾਇਲੈਕਟ ਦੇ ਵਿੱਚ ਇੱਕ ਖਾਸ ਤੌਰ ਤੇ ਨਾਟਕਾਂ ਦੇ ਵਿੱਚ ਜਿਹੜੀ ਇੱਕ ਵਿਚਾਰਧਾਰਾ ਹੈ ਉਹ ਬੜੀ ਪ੍ਰਮੁੱਖ ਰੂਪ ਦੇ ਵਿੱਚ ਸਾਹਮਣੇ ਨਜ਼ਰ ਆਉਂਦੀ ਹੈ। ਉਸ ਦਾ ਨਾਟਕ ਚਾਹੇ ਉਹ ਨਟੀ ਵਿਨੋਦਨੀ ਉਸਨੇ ਲਿਖਿਆ ਹੋਵੇ, ਜਾਂ ਗਦਰੀ ਬਾਬਿਆਂ ਬਾਰੇ ਕੋਈ ਨਾਟਕ ਲਿਖਿਆ ਹੋਵੇ, ਜਾਂ ਗੁਰੂਦੇਵ ਰਵਿੰਦਰਨਾਥ ਟੈਗੋਰ ਦੇ ਨਾਟਕ ਲਾਲ ਕਨੇਰ ਨੂੰ ਹੀ ਉਹਨੇ ਦੁਬਾਰਾ ਤੋਂ ਲਿਖ ਕੇ ਪੇਸ਼ ਕੀਤਾ ਹੋਵੇ। ਮੈਂ ਸਮਝਦਾ ਕਿ ਇਹ ਸਾਰੀ, ਜਾਂ 1084ਵੇਂ ਦੀ ਮਾਂ ਵਰਗਾ ਨਾਟਕ ਜਿਹੜਾ ਹੈ ਕਿ ਉਸ ਨੂੰ ਮਹਾਸ਼ਵਤਾ ਦੇਵੀ ਦੀ ਉਸ ਕਹਾਣੀ ਨੂੰ ਜਿਹੜਾ ਨਾਟਕੀ ਰੂਪ ਦਿੱਤਾ। ਸੋ ਇਸ ਤਰ੍ਹਾਂ ਦੇ ਬਹੁਤ ਸਾਰੇ ਨਾਟਕ ਪਿਛਲੇ ਸਮੇਂ ਦੇ ਵਿੱਚ ਜਿਹੜੇ ਲਿਖੇ ਨੇ ਸ਼ਬਦੀਸ਼ ਹੋਰਾਂ ਨੇ। ਉਹਨਾਂ ਨੇ ਭਾਈ ਵੀਰ ਸਿੰਘ ਹੋਰਾਂ ਦਾ ਜਿਹੜਾ ਨਾਵਲ ਸੀ ਉਹ ਸੁੰਦਰੀ, ਉਸ ਨੂੰ ਵੀ ਨਾਟਕੀ ਰੂਪ ਦਿੱਤਾ। ਪਰ ਇਹਨਾਂ ਸਾਰੀਆਂ ਸਕ੍ਰਿਪਟਾਂ ਦੇ ਵਿੱਚ ਸ਼ਬਦੀਸ਼ ਜ਼ਰੂਰ ਨਜ਼ਰ ਆਉਂਦਾ ਹੈ। ਉਹਦੀ ਆਪਣੀ ਤਰ੍ਹਾਂ ਦਾ ਇੱਕ ਮੁਹਾਵਰਾ ਨਜ਼ਰ ਆਉਂਦਾ ਹੈ, ਆਪਣੀ ਤਰ੍ਹਾਂ ਦੀ ਉਹਦੀ ਇੱਕ ਸ਼ੈਲੀ ਨਜ਼ਰ ਆਉਂਦੀ ਹੈ। ਸ਼ਬਦੀਸ਼ ਕਿਉਂਕਿ ਇਧਰੋਂ ਮਾਝੇ ਵਾਲੇ ਪਾਸੇ ਤੋਂ, ਪੱਟੀ ਤਰਨਤਾਰਨ ਇਲਾਕੇ ਤੋਂ ਹੈ, ਤੇ ਉਹਨੇ ਹਮੇਸ਼ਾ ਜਿਹੜਾ ਕਿ ਗੁਰਸ਼ਰਨ ਭਾਜੀ ਦੇ ਨਾਟਕ ਅੰਮ੍ਰਿਤਸਰ ਤੱਕ ਦੇਖਣ ਸ਼ਬਦੀਸ਼ ਹੋਰੀ ਆਉਂਦੇ ਰਹੇ। ਔਰ ਅਸੀਂ ਜਦੋਂ ਗੁਰਸ਼ਰਨ ਭਾਜੀ ਨਾਲ ਕੰਮ ਕਰਦੇ ਸੀਗੇ ਤੇ ਇਹ ਸਾਨੂੰ ਬਾਅਦ ਵਿੱਚ ਸ਼ਬਦੀਸ਼ ਹੋਰਾਂ ਨੇ ਦੱਸਿਆ ਕਿ ਉਹਨਾਂ ਨੇ ਉਹਨਾਂ ਸਮਿਆਂ ਤੇ ਸਾਡੇ ਸਾਰੇ ਨਾਟਕ ਦੇਖੇ। ਮੈਂ ਜਦੋਂ ਨੈਸ਼ਨਲ ਸਕੂਲ ਆਫ ਡਰਾਮਾ ਤੋਂ ਵਾਪਸ ਆ ਕੇ ਨਾਟਕ ਜਿਹੜੇ ਖੇਡੇ ਉਹ ਵੀ ਸਾਰੇ ਸ਼ਬਦੀਸ਼ ਹੋਰਾਂ ਨੇ ਦੇਖੇ। ਸੋ ਸ਼ਬਦੀਸ਼ ਦਾ ਇਸ ਤਰ੍ਹਾਂ ਰੰਗਮੰਚ ਦੇ ਨਾਲ ਪਿਆਰ ਜਿਹੜਾ ਹੈ ਉਹ ਉਹਦੀ ਇੱਕ ਸਮਝ ਦਾ ਇੱਕ ਕਹਿ ਲਓ ਕਿ ਵੱਡੀ ਗੱਲ ਬਣ ਜਾਂਦੀ ਹੈ ਰੰਗਮੰਚ ਵਾਸਤੇ, ਕਿ ਇਸੇ ਕਾਰਨ ਹੀ ਸ਼ਬਦੀਸ਼ ਨੇ ਜਿਹੜੇ ਨਾਟਕ ਲਿਖੇ ਔਰ ਖਾਸ ਤੌਰ ਤੇ ਜਿਸ ਵਿਚਾਰਧਾਰਾ ਨੂੰ, ਜਿਸ ਤਰ੍ਹਾਂ ਦੀ ਵਿਚਾਰਧਾਰਾ ਨੂੰ ਪਰਨਾਇਆ ਕਮਿਟਮੈਂਟ ਦੇ ਨਾਲ ਸ਼ਬਦੀਸ਼ ਹੈ। ਔਰ ਉਹਦੇ ਕੋਲੋਂ ਹਮੇਸ਼ਾ ਹੀ ਅਸੀਂ ਇੱਕ ਚੰਗੀ ਲੇਖਣੀ ਦੀ, ਚੰਗੀ ਕਵਿਤਾ ਦੀ, ਚੰਗੇ ਗੀਤਕਾਰੀ ਦੀ ਅਸੀਂ ਹਮੇਸ਼ਾ ਹੀ ਉਮੀਦ ਕਰਦੇ ਹਾਂ। ਔਰ ਹਮੇਸ਼ਾ ਹੀ ਉਹ ਜਿਹੜਾ ਚੰਗਾ ਗੀਤ ਹੈ ਸਾਨੂੰ ਉਹਦੇ ਕੋਲੋਂ ਮਿਲਦਾ ਹੈ। ਔਰ ਮੈਂ ਬੜਾ ਫੈਨ ਹਾਂ ਸ਼ਬਦੀਸ਼ ਦੇ ਗੀਤਾਂ ਦਾ। ਔਰ ਉਹਨਾਂ ਅੱਤਵਾਦ ਦੇ ਸਮਿਆਂ ਦੇ ਵਿੱਚ ਵੀ ਜਦੋਂ ਸ਼ਬਦੀਸ਼ ਨੇ ਗੀਤ ਲਿਖਿਆ ਸੀ ਕਿ ਮੇਰੀ ਚੁੱਪ ਨੇ ਅਕਸਰ ਹੀ ਪੁੱਛਿਆ ਮੈਥੋਂ, ਤੂੰ ਅਗਨੀ ਤੀਰ ਉੱਤੇ ਕੀ ਕਰਦਾ ਰਿਹਾ ਹੈ। ਇਹ ਜਿਹੜਾ ਗੀਤ ਸੀਗਾ ਇਹਨੂੰ ਅਸੀਂ ਬਾਰ-ਬਾਰ ਗੁੰਗਣਾਉਂਦੇ ਰਹੇ ਦੋਸਤਾਂ ਦੇ ਵਿੱਚ, ਮਹਿਫਲਾਂ ਦੇ ਵਿੱਚ, ਯਾਨੀ ਇੰਨਾ ਪਸੰਦ ਸੀ ਸਾਨੂੰ ਇਹਦਾ ਗੀਤ। ਬੜੀ ਪੁਰਾਣੀ ਗੱਲ ਹੈ। ਉਦੋਂ ਮੈਨੂੰ ਇਸ ਖੇਤਰ 'ਚ ਫਗਵਾੜੇ ਦੇ ਆਲੇ ਦੁਆਲੇ ਆਏ ਨੂੰ ਕੋਈ 4-5 ਸਾਲ ਹੋਏ ਸੀ, ਤੇ ਨਵੇਂ ਸਾਹਿਤਕ ਖੇਤਰ 'ਚ ਇੱਥੇ ਸਰਗਰਮੀਆਂ ਸ਼ੁਰੂ ਕੀਤੀਆਂ ਸੀ। ਨਵਚੇਤਨਾ ਸਾਹਿਤ ਕਲਾ ਮੰਚ ਨਾਂ ਦੀ ਸੰਸਥਾ ਸੀ। ਪਹਿਲਾਂ ਨੂੰ ਇਹ ਨੌਜਵਾਨ ਚਲਾਉਂਦੇ ਸੀ, ਫਿਰ ਇਹ ਥੋੜੀ ਹੌਲੀ ਇੱਧਰ ਉੱਧਰ ਖਿਸਕ ਗਿਆ ਤੇ ਮੈਂ ਉਹਨੂੰ ਹੌਲੀ ਸਰਗਰਮ ਕੀਤਾ। ਤੇ ਮੈਨੂੰ ਯਾਦ ਹੈ 1993 ਦੇ ਨੇੜੇ ਤੇੜੇ ਦੀ ਗੱਲ ਹੈ, 2 ਰਚਨਾਵਾਂ ਸਾਹਮਣੇ ਆਈਆਂ ਸਾਡੇ। ਇੱਕ ਸੀ ਰਵਿੰਦਰ ਸਹਿਰਾ ਦੀ ਛਪੀ ਹੋਈ ਕਾਵਿ ਪੁਸਤਕ, ਤੇ ਇੱਕ ਸੀ ਸ਼ਬਦੀਸ਼ ਦਾ ਖਰੜਾ ਸੀ ਕਵਿਤਾ ਦਾ, ਟਾਪੂ ਤੋਂ ਆਇਆ ਖਤ। ਅਸੀਂ ਸੋਚਿਆ, ਮੇਰੀ ਉਦੋਂ ਪਹਿਲਾਂ ਵੀ ਕਈ ਵਾਰੀ ਮਨ 'ਚ ਆਇਆ ਸੀ ਕਿਤਾਬ ਨਾਲੋਂ ਜ਼ਿਆਦਾ ਅਹਿਮ ਗੱਲ ਹੈ ਕਿ ਖਰੜੇ ਦੇ ਉੱਪਰ ਗੋਸ਼ਟੀ ਕੀਤੀ ਜਾਏ, ਤਾਂ ਕਿ ਉਹਦੇ ਤੋਂ ਜੋ ਪ੍ਰਭਾਵ, ਜੋ ਗੱਲਾਂ ਨਿਕਲਣ, ਲੇਖਕ ਛਪਣ ਤੋਂ ਪਹਿਲਾਂ ਉਹਨਾਂ ਬਾਰੇ ਦੁਬਾਰਾ ਤੋਂ ਵਿਚਾਰ ਕਰ ਸਕੇ। ਤੇ ਅਸੀਂ ਉਹ ਖਰੜੇ ਤੇ ਗੋਸ਼ਟੀ ਕੀਤੀ, ਬੜੀ ਭਰਵੀਂ ਗੋਸ਼ਟੀ ਹੋਈ। ਮੈਨੂੰ ਯਾਦ ਹੈ ਕਿ ਮੈਂ ਉਹਦੇ ਤੇ ਇੱਕ ਲੰਬਾ ਚੌੜਾ ਪੇਪਰ ਲਿਖਿਆ, ਜਿਹਦੇ 'ਚ ਉਦੋਂ ਦੇ ਸਮੇਂ ਦੇ ਮੁਤਾਬਕ ਕੁਝ ਅਸੀਂ ਜ਼ਿਆਦਾ ਹੀ ਉਤਸ਼ਾਹੀ ਸੀ। ਬਹੁਤ ਸਾਰੀਆਂ ਸਲਾਹ ਮਸ਼ਵਰੇ ਵੀ ਇੱਦਾਂ ਨਹੀਂ, ਇੱਦਾਂ ਚਾਹੀਦਾ ਆ। ਤੇ ਉਸ ਕਿਤਾਬ ਉਹਨੇ, ਹੁਣ ਅਸਲੀ ਗੱਲ ਸੀ ਕਿ ਉਸ ਖਰੜੇ ਤੇ ਗੋਸ਼ਟੀ ਕਰਨ ਦਾ ਸਾਡਾ ਮਨ, ਖਾਸ ਕਰ ਮੇਰੇ ਮਨ 'ਚ ਕਿਉਂ ਆਈ। ਸ਼ਬਦੀਸ਼ ਸਿੱਧੇ ਤੌਰ ਤੇ ਪਾਰਟੀ ਨਾਲ ਜੁੜੇ ਹੋਇਆ ਬੰਦੇ ਸੀ, ਬਾਕੀ ਵੀ ਇਹਦੇ ਸਾਥੀ ਲਗਭਗ ਕਿਸੇ ਨਾ ਕਿਸੇ ਤਰ੍ਹਾਂ। ਅਸੀਂ ਥੋੜ੍ਹੇ ਘੱਟ ਸੀ, ਆਜ਼ਾਦ ਤਬੀਅਤ ਦੇ ਸੀ, ਪਰ ਇਹਦੇ ਬਾਵਜੂਦ ਉਹਦੀ ਕਵਿਤਾ ਜਿਹੜੀ ਸੀ ਉਹ ਆਪਣੇ ਆਪ ਦੇ ਵਿੱਚ ਕਾਵਕ ਪੱਧਰ ਦੇ ਉੱਪਰ ਉਹਦਾ ਕੋਈ, ਜਿਹਨੂੰ ਅਸੀਂ ਕਹਿੰਦੇ ਹਾਂ ਕਿ ਪਾਰਟੀ ਦਾ ਕੁੰਡਾ, ਪਾਰਟੀ ਲਾਈਨ, ਇੱਦਾਂ ਨਹੀਂ ਸੀ। ਉਹ ਕਵਿਤਾ ਦੇ ਵਿੱਚ ਇੱਕ ਆਪਣੀ ਕਿਸਮ ਦਾ ਡਾਇਲੌਗ ਸੀ, ਆਪਣੀ ਕਿਸਮ ਦਾ ਸੰਵਾਦ ਸੀ।
ਤੇ ਉਹ ਅਸੀਂ ਹੁਣ ਤੱਕ ਵੀ ਉਹਦੀ ਉਸ ਸ਼ਾਇਰੀ 'ਚ ਅੱਜ ਵਾਲੀ 'ਚ ਵੀ ਦੇਖਦੇ ਹਾਂ, ਉਦੋਂ ਵੀ ਦੇਖਦੇ ਸੀ। ਤੇ ਇਹੀ ਗੱਲ ਜਿਹੜੀ ਹੈ ਇਹਨੇ ਮੈਨੂੰ ਮੇਰੇ ਦਿਮਾਗ 'ਚ ਆਈ ਵੀ ਇਹੋ ਜਿਹੀ ਕਵਿਤਾ ਦੇ ਉੱਪਰ ਕਿਤਾਬ ਛਪਣ ਤੋਂ ਪਹਿਲਾਂ ਸੰਵਾਦ ਰਚਾਇਆ ਜਾਏ। ਤੇ ਉਹ ਬੜਾ ਗਹਿਰ ਗੰਭੀਰ ਸੰਵਾਦ ਛੇੜਿਆ। ਮੈਂ ਉੱਤੇ ਜਿਵੇਂ ਦੱਸਿਆ ਕਿ ਪੇਪਰ ਪੜ੍ਹਿਆ, ਭੰਡਾਲ ਨੇ ਪੇਪਰ ਵਰਗਾ ਹੀ ਭਾਸ਼ਣ ਦਿੱਤਾ। ਭੰਡਾਲ ਦੀ ਖਾਸੀਅਤ ਹੈ ਕਿ ਉਹ ਸ਼ੁਰੂ ਤੋਂ ਭਾਸ਼ਣ ਦੇਣ 'ਚ ਕਾਫੀ ਮਾਹਰ ਆਦਮੀ ਹੈ, ਹੁਣ ਵੀ ਉਸੇ ਤਰਜ ਤੇ ਉਹ ਭਾਸ਼ਣ ਦਿੰਦਾ ਹੈ। ਬਹੁਤ ਹੋਰ ਵੀ ਬਹੁਤ ਸਾਰੇ ਮਿੱਤਰਾਂ ਨੇ ਉਹਦੇ 'ਚ ਜਿਹੜਾ ਆ ਹਿੱਸਾ ਪਾਇਆ। ਤੇ ਮੈਨੂੰ ਥੋੜਾ ਯਾਦ ਹੈ, ਜਿਹੜਾ ਸ਼ਬਦੀਸ਼ ਨੂੰ ਯਾਦ ਹੈ ਕਿ ਹੁੰਦਲ ਸਾਹਿਬ ਨੇ ਵਾਹਵਾ ਇਹਦੀ ਥੋੜੀ ਜਿਹੀ ਹਿਸਾਬ ਕਿਤਾਬ ਠੀਕ ਕੀਤਾ ਸੀ। ਉਹ ਕਰਨੇ ਸੀ ਉਹਨਾਂ ਨੇ, ਕਾਰਨ ਸਾਨੂੰ ਤਾਂ ਪਤਾ ਸੀ ਤੇ ਅਸੀਂ ਜਾਣਬੁੱਝ ਕੇ ਉਹਨਾਂ ਨੂੰ ਕਾਫੀ ਅਹਿਮੀਅਤ ਦੇ ਕੇ ਸੱਦਿਆ ਸੀ ਵੀ ਚਲੋ ਇਹ ਪੱਖ ਵੀ ਹੋਵੇ। ਜਦੋਂ ਉਹ ਡਾਇਲੌਗ ਸਿੱਧਾ ਹੀ ਸੰਵਾਦ ਜਿਹੜਾ ਆ ਉਹ ਆਪਣਿਆਂ ਨਾਲ ਵੀ ਹੁੰਦਾ ਹੋਵੇ ਤਾਂ ਕੁਦਰਤੀ ਹੈ ਕਿ ਜਿਹੜੇ ਬਹੁਤ ਪੱਕੇ ਠੱਕੇ ਤੇ ਬੜੇ ਜ਼ਿੰਦਗੀ ਲਾਈ ਹੋਵੇ ਜਿਨ੍ਹਾਂ ਨੇ ਉਹਨਾਂ ਕੰਮਾਂ ਲਈ, ਉਹਨਾਂ ਨੂੰ ਲੱਗਦਾ ਹੈ ਕਿ ਇਹ ਕੀ ਕਰਦੇ ਆ ਕਿਸ਼ੋਰ ਜਾਂ ਨਵੇਂ ਮੁੰਡੇ। ਸੋ ਉਹ ਕੁੱਲ ਮਿਲਾ ਕੇ ਉਹ ਬੜੀ ਅਹਿਮ ਗੋਸ਼ਟੀ ਸਿੱਧ ਹੋਈ। ਪਰ ਜਿਹਨੂੰ ਕਹਿੰਦੇ ਆ ਨਾ ਕਿ ਮਾੜੀ ਗੱਲ ਇਹ ਤਜਰਬਾ ਅਸੀਂ ਅੱਗੇ ਜਾਰੀ ਨਹੀਂ ਰੱਖ ਸਕੇ। ਉਹ ਪੰਜਾਬ 'ਚ ਵੀ ਕਿਤੇ ਨਜ਼ਰ ਨਹੀਂ ਆਇਆ। ਸ਼ਾਇਦ ਮੈਨੂੰ ਲੱਗਦਾ ਕਿ ਇੰਨੀ ਮਹੱਤਤਾ ਨਾਲ ਪਹਿਲੀ ਵਾਰੀ ਉਹ ਹੋਇਆ ਤੇ ਸ਼ਾਇਦ ਮੇਰੀ ਨਿਗਾਹ 'ਚ ਆਖਰੀ ਵਾਰੀ ਵੀ ਉਹੀ ਸੀ। ਮੁੜ ਕੇ ਅਸੀਂ ਵੀ ਨਹੀਂ ਕੀਤਾ, ਹਾਲਾਂਕਿ ਅਸੀਂ ਬਹੁਤ ਸਾਰੇ ਰਲ ਮਿਲ ਕੇ ਸਰਗਰਮ ਰਹੇ ਹਾਂ ਪੰਜਾਬ ਪੱਧਰ ਤੇ ਹਰ ਥਾਂ, ਪਰ ਉਹ ਇਹ ਗੱਲ ਮੁੜ ਕੇ ਹੋਈ ਨਹੀਂ। ਲੇਖਕਾਂ ਦੀਆਂ ਰਚਨਾਵਾਂ ਤੇ ਇੱਕਾ ਦੁੱਕਾ ਤੇ ਅਸੀਂ ਗੋਸ਼ਟੀਆਂ ਵਗੈਰਾ ਚਰਚਾ ਕਰਦੇ ਰਹੇ ਹਾਂ, ਪਰ ਇਹ ਨਹੀਂ ਹੋਇਆ ਕਿ ਇੱਕ ਖਰੜੇ ਦੇ ਉੱਪਰ, ਪੂਰੇ ਖਰੜੇ ਦੇ ਉੱਪਰ ਇੱਕ ਪੂਰੀ ਬਹਿਸ ਹੋਵੇ ਤੇ ਉਸ ਬਹਿਸ ਦੀ ਰੌਸ਼ਨੀ ਦੇ ਵਿੱਚ ਜਿਹੜਾ ਆ ਮੁੜ ਕੇ ਉਸ ਖਰੜੇ ਨੂੰ ਵਾਚਿਆ ਵੀ ਜਾਏ, ਲੇਖਕ ਵੀ ਵਾਚੇ ਤੇ ਉਹਦੇ 'ਚ ਸ਼ਾਇਦ ਬਹੁਤ ਕੁਝ ਜਿਹੜਾ ਆ ਉਹ ਠੀਕ ਹੋ ਸਕਦਾ ਆ। ਜਿਹਨੂੰ ਅਸੀਂ ਕਹਿੰਦੇ ਆ ਕਿ ਐਡੀਟਿੰਗ ਨਹੀਂ ਹੁੰਦੀ, ਇੱਕ ਸੈਲਫ ਐਡੀਟਿੰਗ ਵੀ ਹੋ ਜੂਗੀ ਇਹਦੇ ਵਿੱਚ ਆਪਣੇ ਆਪ ਵੀ ਰਚਨਾਵਾਂ। ਇਹ ਨਹੀਂ ਕਿ ਜੋ ਆਇਆ ਛਾਪ ਤੋਂ, ਅੱਜ ਕੱਲ੍ਹ ਤੇ ਹੋਰ ਵੀ ਜ਼ਿਆਦਾ ਹੈ। ਤੇ ਮੈਨੂੰ ਲੱਗਦਾ ਕਿ ਅਹਿਮ ਰਚਨਾਵਾਂ ਤੇ ਅੱਜ ਵੀ ਉਸ ਗੱਲ ਨੂੰ ਦੁਹਰਾਉਣ ਦੀ ਲੋੜ ਹੈ, ਦੁਬਾਰਾ ਸ਼ੁਰੂ ਕਰਨ ਦੀ ਲੋੜ ਹੈ ਕਿ ਕਿਤਾਬ ਨਾਲੋਂ ਜ਼ਿਆਦਾ ਅਹਿਮ ਗੱਲ ਹੈ ਕਿ ਖਰੜੇ ਦੇ ਉੱਪਰ ਜਿਹੜਾ ਆ ਉਹ ਗੋਸ਼ਟੀ ਕੀਤੀ ਜਾਵੇ। ਤੇ ਸ਼ਬਦੀਸ਼ ਦੀ ਉਹ ਸ਼ੁਰੂਆਤ ਜਿਹੜੀ ਅਸੀਂ ਕੀਤੀ ਸੀ ਉਹ ਸਾਡੇ ਲਈ ਇੱਕ ਨਵਾਂ ਰਾਹ ਬਣ ਸਕੇ। ਤੇ ਮੈਨੂੰ ਲੱਗਦਾ ਕਿ ਬਹੁਤ ਅਹਿਮ ਗੱਲ ਹੈ ਖਰੜੇ ਦੇ ਉੱਪਰ ਗੱਲਬਾਤ ਕਰਨਾ। ਬਹੁਤ ਸਾਰੇ ਮਿੱਤਰ ਕਰਦੇ ਆ ਇਕੱਲੇ ਇਕੱਲੇ ਥੋੜੇ ਥੋੜੇ ਗਰੁੱਪਾਂ 'ਚ, ਪਰ ਵੱਡੇ ਪੱਧਰ ਤੇ ਪੂਰੀ ਗੋਸ਼ਟੀ ਵਾਂਗ ਇਹੋ ਜਿਹਾ ਕਾਰਜ ਕਰਨਾ ਚਾਹੀਦਾ ਹੈ। ਸ਼ਬਦੀਸ਼ ਨਾਲ ਮੇਰੀ ਦੋਸਤੀ ਕੋਈ 27 ਵਰ੍ਹੇ ਪੁਰਾਣੀ ਹੈ, ਯਾਨੀ ਚੌਥਾਈ ਸਦੀ ਤੋਂ ਵੀ ਉੱਤੇ ਦਾ ਸਮਾਂ ਜਿਹੜਾ ਹੈ ਉਹ ਅਸੀਂ ਇਕੱਠਿਆਂ ਗੁਜ਼ਾਰਿਆ। ਸ਼ਬਦੀਸ਼ ਨਾਲ ਮੇਰੀ ਪਹਿਲੀ ਮੁਲਾਕਾਤ 1 ਮਈ 1993 ਨੂੰ ਸਾਹਿਤ ਸੰਗਮ ਜਲੰਧਰ ਦੇ ਇੱਕ ਸਮਾਗਮ ਵਿੱਚ ਜਲੋਟੋ ਬਿਲਡਿੰਗ 'ਚ ਹੋਈ ਸੀ। ਅਸੀਂ ਪਹਿਲੀ ਵਾਰ ਮਿਲੇ ਸਾਂ, ਪਰ ਸ਼ਾਇਦ ਅਸੀਂ ਇੱਕ ਦੂਜੇ ਨਾਲ ਕਲਿੱਕ ਕਰ ਲਿਆ ਸੀ ਤੇ ਅਸੀਂ ਹੁਣ ਤੱਕ ਨਿਭ ਰਹੇ ਹਾਂ। ਔਰ ਇਹਨਾਂ 27 ਵਰ੍ਹਿਆਂ ਦੇ ਵਿੱਚ ਜਿਵੇਂ ਉਹ ਅਲਫ ਲੈਲਾ ਦੇ ਕਿੱਸੇ 'ਚ ਆਉਂਦਾ ਹੈ ਕਿ 1000 ਰਾਤਾਂ 1000 ਅਫਸਾਨੇ, ਅਸੀਂ ਬਹੁਤ ਸਾਰਾ ਸਮਾਂ ਇਕੱਠਿਆਂ ਗੁਜ਼ਾਰਿਆ, ਬਹੁਤ ਲੜਾਈਆਂ ਇਕੱਠਿਆਂ ਲੜੀਆਂ, ਆਪੋ ਵਿੱਚ ਵੀ ਬਹੁਤ ਵਾਰ ਲੜੇ। ਪਰ ਸ਼ਬਦੀਸ਼ ਨੂੰ ਦੋਸਤੀਆਂ ਨਿਭਾਉਣੀਆਂ, ਦੋਸਤੀਆਂ ਤੇ ਵਿਚਾਰਾਂ ਦੇ ਵਖਰੇਵੇਂ ਵਿੱਚ ਫਰਕ ਰੱਖਣਾ ਬੜੀ ਚੰਗੀ ਤਰ੍ਹਾਂ ਆਉਂਦਾ ਹੈ। ਉਸਨੇ ਆਪਣੀ ਜ਼ਿੰਦਗੀ ਇੱਕ ਵਿਦਿਆਰਥੀ ਕਾਰਕੁਨ ਤੋਂ ਸ਼ੁਰੂ ਕੀਤੀ। ਉਹ ਕਮਿਊਨਿਸਟ ਪਾਰਟੀ ਦਾ ਹੋਲ ਟਾਈਮਰ ਰਿਹਾ, ਅਖਬਾਰਾਂ ਦੇ ਸਬ ਐਡੀਟਰ ਦੇ ਤੌਰ ਤੇ ਕੰਮ ਕੀਤਾ, ਉਸਨੇ ਰੇਡੀਓ 'ਚ ਕੰਮ ਕੀਤਾ। ਪਰ ਉਹਦੀ ਪਹਿਲੀ ਸਾਂਝ ਕਵਿਤਾ ਨਾਲ ਰਹੀ। ਉਹਦੀਆਂ ਕਵਿਤਾਵਾਂ ਦੀ ਪਲੇਠੀ ਪੁਸਤਕ ਟਾਪੂ ਤੋਂ ਆਇਆ ਖਤ, ਉਹ ਵੀ ਮੈਂ ਹਰਵਿੰਦਰ ਤਸਕੀਨ ਹੋਰਾਂ ਨੇ ਰਲ ਕੇ ਕੇਸਰ ਤੋਂ ਛਪਵਾਈ ਸੀ। ਉਹ ਲਿਖਦਾ, ਸਹਿਜ ਭਾਅ ਲਿਖਦਾ ਰਹਿੰਦਾ ਤੇ ਰੱਖਦਾ ਰਹਿੰਦਾ। ਛਪਾਉਣ ਲਈ ਕੋਈ ਨਾ ਕੋਈ ਦੋਸਤ ਮਿੱਤਰ ਅੱਗੇ ਆ ਜਾਂਦਾ।
ਉਹਦੇ ਨਾਟਕਾਂ ਦੀ ਕਿਤਾਬ ਸੰਤੋਖ ਸੁਹਾਣੇ ਨੇ ਛਪਵਾਈ ਸੀਗੀ। ਇਸੇ ਤਰ੍ਹਾਂ ਉਹਨੇ ਕਵਿਤਾ ਲਿਖੀ, ਨਾਟਕ ਲਿਖੇ, ਵਾਰਤਕ ਲਿਖੀ, ਉਹਨੇ ਸੰਪਾਦਕੀ ਲਿਖੇ, ਅਖਬਾਰੀ ਟਿੱਪਣੀਆਂ ਲਿਖੀਆਂ। ਇਹ ਸਾਰਾ ਕੁਝ ਲਿਖਦਿਆਂ ਉਹ ਆਪਣੇ ਤਰਕ ਦਾ ਪੱਲਾ ਜੜਾਇਆ ਉਹ ਕਦੇ ਨਹੀਂ ਛੱਡਦਾ। ਮੈਨੂੰ ਯਾਦ ਹੈ, ਇੱਕ ਘਟਨਾ ਯਾਦ ਆਉਂਦੀ ਹੈ। ਜਲੰਧਰ ਇੱਕ ਸਮਾਗਮ ਵਿੱਚ, ਸਾਹਿਤਕ ਸਮਾਗਮ ਦੇ ਵਿੱਚ ਇੱਕ MLA ਬੇਅੰਤ ਸਿੰਘ ਉਸ ਵੇਲੇ ਦੇ ਮੁੱਖ ਮੰਤਰੀ ਦੇ ਕਸੀਦੇ ਪੜ੍ਹਨ ਲੱਗ ਪਿਆ। ਤਾਂ ਸ਼ਬਦੀਸ਼ ਜਿਹੜਾ ਕਿ ਉਦੋਂ ਜਗਦੀਸ਼ ਦਰਦੀ ਹੁੰਦਾ ਸੀ, ਉਹਨੇ ਵਿੱਚੋਂ ਉਹਨੂੰ ਟੋਕ ਕੇ ਕਿਹਾ ਕਿ ਤੁਸੀਂ ਇੱਥੇ ਬੇਅੰਤ ਸਿੰਘ ਦੇ ਕਸੀਦੇ ਪੜ੍ਹ ਰਹੇ ਹੋ, ਜੋ ਕੁਝ ਬੇਅੰਤ ਸਿੰਘ ਹੋਰੀ ਪੰਜਾਬ 'ਚ ਕਰ ਰਹੇ ਕਿ ਉਸ ਨੂੰ ਲੋਕਤੰਤਰ ਕਹਿੰਦੇ ਨੇ। ਤੇ ਉਸ ਤੋਂ ਬਾਅਦ ਥੋੜੀ ਜੀ ਤਣਾਤਣੀ ਤੋਂ ਬਾਅਦ ਸ਼ਬਦੀਸ਼ ਤੇ ਮੈਂ ਉਸ ਸਮਾਗਮ ਦਾ ਬਾਈਕਾਟ ਕਰ ਦਿੱਤਾ ਸੀ। ਸ਼ਬਦੀਸ਼ ਸਹਿਜ ਰਹਿੰਦਾ ਹੈ ਪਰ ਆਪਣੀ ਗੱਲ ਨੂੰ ਦ੍ਰਿੜ ਇਰਾਦੇ ਨਾਲ ਰੱਖਦਾ ਹੈ। ਸ਼ਬਦੀਸ਼ ਦੀ ਦੋਸਤੀ ਵਿੱਚ ਤੁਹਾਨੂੰ ਵਲਫਰੇਬ ਨਜ਼ਰ ਨਹੀਂ ਆਏਗਾ, ਜਿਵੇਂ ਉਹਦੇ ਫਿਕਰੇ ਵਿੱਚ, ਉਹਦੀ ਲਿਖੀ ਹੋਈ ਲਿਖਤ ਵਿੱਚ ਤੁਹਾਨੂੰ ਕੋਈ ਕੱਚਾਪਨ ਨਜ਼ਰ ਨਹੀਂ ਆਉਂਦਾ। ਲੰਮਾ ਸਮਾਂ ਉਸਨੇ ਦੇਸ਼ ਸੇਵਕ ਅਖਬਾਰ ਵਿੱਚ ਗੁਜ਼ਾਰਿਆ। ਉਸ ਅਖਬਾਰ ਵਿੱਚ ਰਹਿੰਦਿਆਂ ਉਸਨੇ ਉਸ ਸਮੇਂ ਦੇ ਰਾਜਸੀ ਸੀਨ ਮੁਤਾਬਕ RSS ਬਾਰੇ ਬਹੁਤ ਸਾਰੇ ਆਰਟੀਕਲ ਲਿਖੇ। ਪਰ ਅਸੀਂ ਪੰਜਾਬੀ ਜਿਹੜੇ ਆਪਣੀਆਂ ਸੰਸਥਾਵਾਂ ਜਿਹੜੀਆਂ ਹੱਕ ਦੀਆਂ ਹੋਣ, ਵਿਰੋਧ ਦੀਆਂ ਹੋਣ, ਉਹਦੇ ਬਾਰੇ ਕਿੰਨਾ ਘੱਟ ਜਾਣਦੇ ਆ। ਇਹ ਉਹ ਲੇਖ ਪੜ੍ਹ ਕੇ ਜਿਹੜੇ ਉਹਨੇ RSS ਬਾਰੇ ਲਿਖੇ, ਉਹ ਕਿੰਨਾ ਨੇੜਿਓਂ RSS ਨੂੰ ਜਾਣਦਾ ਹੈ, ਸਮਝਦਾ ਹੈ ਉਸਨੂੰ, ਉਹ ਲੇਖ ਪੜ੍ਹ ਕੇ ਹੀ ਸਮਝ ਆਉਂਦਾ ਹੈ। ਸਾਡੀ ਦੋਸਤੀ ਦਾ ਇੱਕ ਹੋਰ ਫਰੰਟ ਕੇਂਦਰੀ ਪੰਜਾਬੀ ਲੇਖਕ ਸਭਾ ਰਿਹਾ। ਅਸੀਂ ਇਕੱਠਿਆਂ ਉਹਦੇ ਵਿੱਚ ਬਹੁਤ ਸਾਰੀਆਂ ਲੜਾਈਆਂ ਲੜੀਆਂ, ਇਕੱਠੇ ਅਹੁਦੇਦਾਰ ਵੀ ਰਹੇ, ਇਕੱਠੇ ਰਲ ਕੇ ਕੰਮ ਕੀਤਾ। ਉਸਨੂੰ ਕੰਮ ਦੇ ਦੇਣ ਦਾ ਮਤਲਬ ਆਪ ਜ਼ਿੰਮੇਵਾਰੀ ਤੋਂ ਮੁਕਤ ਹੋ ਜਾਣਾ ਹੁੰਦਾ ਹੈ, ਜੇ ਕੰਮ ਉਸਦੇ ਗੇੜ ਵਿੱਚ ਆਉਂਦਾ ਹੋਵੇ ਤਾਂ। ਸ਼ਬਦੀਸ਼ ਤੇ ਅਨੀਤਾ ਅੱਜ ਕੱਲ ਰੰਗਮੰਚ ਦੇ ਖੇਤਰ 'ਚ ਵਿਚਰ ਰਹੇ ਨੇ। ਅਨੀਤਾ ਨੇ ਸ਼ਬਦੀਸ਼ ਨੂੰ ਖਾਸਾ ਫਾਰਮੈਟ ਮਾਰਿਆ ਉਹਦਾ, ਸ਼ਬਦੀਸ਼ ਦਾ। ਉਹਦੀਆਂ ਬਹੁਤ ਸਾਰੀਆਂ ਆਦਤਾਂ ਜਿਹੜੀਆਂ ਨੇ ਉਹ ਬਦਲੀਆਂ ਨੇ, ਪਰ ਫਿਰ ਵੀ ਸ਼ਬਦੀਸ਼ ਹੈ। ਤੇ ਮੈਨੂੰ ਇਸ ਗੱਲ ਦਾ ਮਾਣ ਹੈ ਕਿ ਸ਼ਬਦੀਸ਼ ਮੇਰਾ ਦੋਸਤ ਹੈ। ਸ਼ਬਦੀਸ਼ ਮੇਰੇ ਸਭ ਤੋਂ ਨੇੜਲੇ ਮਿੱਤਰਾਂ ਵਿੱਚੋਂ ਹੈ। ਸਾਨੂੰ 30 ਸਾਲ ਹੋ ਗਏ ਨੇ, ਅਸੀਂ ਆਪਸ ਦੇ ਵਿੱਚ ਦੋਸਤ ਹਾਂ। ਜਦੋਂ ਅਸੀਂ ਕਵਿਤਾ ਲਿਖਣੀ ਸ਼ੁਰੂ ਹੀ ਕੀਤੀ ਸੀ, ਤਾਜ਼ਾ ਪੰਜਾਬੀ ਦੇ ਸਾਹਿਤਕ ਰਸਾਲਿਆਂ ਵਿੱਚ ਛਪਣਾ ਸ਼ੁਰੂ ਕੀਤਾ ਸੀ, ਉਦੋਂ ਦੇ ਹੀ ਅਸੀਂ ਇੱਕ ਦੂਜੇ ਦੀ ਕਵਿਤਾ ਦੇ ਨਾਲ ਰਹੇ ਹਾਂ। ਸੋ ਮੈਂ ਸ਼ਬਦੀਸ਼ ਦੀ ਕਵਿਤਾ ਨੂੰ ਉਦੋਂ ਤੋਂ ਹੀ ਪੜ੍ਹਿਆ। ਹਾਲਾਂਕਿ ਹੁਣ ਕਵਿਤਾ ਨਾਲੋਂ ਵੱਧ ਉਹਦੀ ਪਛਾਣ ਜਿਹੜੀ ਹੈ ਉਹ ਨਾਟਕ ਲਿਖਣ ਦੇ ਕਰਕੇ ਬਣ ਗਈ ਹੈ। ਔਰ ਜਦੋਂ ਸ਼ਬਦੀਸ਼ ਦਾ ਅਨੀਤਾ ਦੇ ਨਾਲ ਵਿਆਹ ਹੋਇਆ ਸੀ ਤੇ ਉਦੋਂ ਸਾਨੂੰ ਸਾਨੂੰ ਇਹ ਅਹਿਸਾਸ ਹੋ ਗਿਆ ਸੀ ਕਿ ਸ਼ਬਦੀਸ਼ ਜਿਹੜਾ ਹੈ ਹੁਣ ਉਹ ਨਾਟਕ ਦੇ ਖੇਤਰ ਵਿੱਚ ਵੀ ਕੰਮ ਕਰੇਗਾ। ਪਰ ਨਾਟਕ ਦੇ ਖੇਤਰ ਵਿੱਚ ਕੰਮ ਕਰਨ ਦੇ ਨਾਲ ਉਸਦੀ ਕਵਿਤਾ ਉਸਦੇ ਕੋਲ ਜਿਉਂਦੀ ਰਹੀ ਹੈ। ਸ਼ਬਦੀਸ਼ ਦੀ ਕਵਿਤਾ ਨੂੰ ਜਦੋਂ ਮੈਂ ਇੱਕ ਪਾਠਕ ਵਜੋਂ ਦੇਖਦਾ ਤਾਂ ਮੈਨੂੰ ਜਾਪਦਾ ਕਿ ਸ਼ਬਦੀਸ਼ ਪਾਸ਼ ਦੀ ਉਸ ਪਰੰਪਰਾ ਨੂੰ ਅੱਗੇ ਤੋਰਦਾ ਹੈ, ਜਿਹੜੀ ਪਰੰਪਰਾ ਪਾਸ਼ ਨੇ ਆਪਣੀ ਕਾਮਰੇਡ ਨਾਲ ਗੱਲਬਾਤ ਕਵਿਤਾ ਵਿੱਚ ਸ਼ੁਰੂ ਕੀਤੀ ਸੀ। ਪਾਸ਼ ਆਪਣੀ ਉਸ ਕਵਿਤਾ ਦੇ ਵਿੱਚ ਉਸ ਧਿਰ ਦੇ ਨਾਲ ਗੱਲਬਾਤ ਕਰਦਾ ਹੈ, ਉਸ ਸਿਆਸੀ ਧਿਰ ਨਾਲ ਗੱਲਬਾਤ ਕਰਦਾ ਹੈ ਜਿਸ ਸਿਆਸੀ ਧਿਰ ਦੇ ਵਿੱਚ ਉਹ ਖੁਦ ਵੀ ਸ਼ਾਮਲ ਹੈ। ਸ਼ਬਦੀਸ਼ ਦੀ ਕਵਿਤਾ ਦੇ ਵਿੱਚ ਵੀ ਜਿਹੜੀ ਸਭ ਤੋਂ ਵੱਖਰੀ ਪਛਾਣਨ ਵਾਲੀ ਗੱਲ ਇਹੀ ਹੈ
ਕਿ ਉਹ ਇਸ ਸਿਆਸੀ ਧਿਰ ਦੇ ਨਾਲ ਸੰਵਾਦ ਦੇ ਵਿੱਚ ਨਜ਼ਰ ਆਉਂਦਾ ਹੈ ਔਰ ਇਸ ਸਿਆਸੀ ਧਿਰ ਦਾ ਵਿਸ਼ਲੇਸ਼ਣ ਕਰਦਿਆਂ ਬਹੁਤ ਸਾਰੀਆਂ ਕਮਜ਼ੋਰੀਆਂ ਜੋ ਉਸ ਨੂੰ ਜਾਪਦੀਆਂ ਨੇ ਉਹਨਾਂ ਦੇ ਉੱਪਰ ਉਹ ਉਂਗਲੀ ਧਰਦਾ ਹੈ। ਉਹ ਇਸ ਧਿਰ ਦੇ ਬਾਰੇ ਇਸ ਨਤੀਜੇ ਤੇ ਪਹੁੰਚਦਾ ਹੈ ਕਿ ਸ਼ਾਇਦ ਇਹ ਗੀਤਾ ਦੇ ਗਿਆਨ ਤੋਂ ਮਹਿਰੂਮ ਹੋ ਗਈ ਹੈ। ਜਿਵੇਂ ਉਹ ਲਿਖਦਾ ਹੈ ਕਿ ਪਥਰਾ ਗਈ ਹੈ ਅੱਖ ਉਹ ਜੋ ਘੁੰਮਦੀ ਮੱਛੀ ਦੀ ਅੱਖ ਫੁੰਡ ਸੁੱਟਦੀ ਸੀ, ਤੇ ਇਸ ਪਥਰਾਈ ਅੱਖ ਤੋਂ ਡਰ ਕੇ ਮੈਂ ਪਾਂਡਵ ਸੈਨਾ ਨੂੰ ਅਲਵਿਦਾ ਕਹਿ ਰਿਹਾ ਹਾਂ, ਬਸ ਸ਼ਬਦਾਂ ਦੀ ਬੁਕਲੇ ਬਹਿ ਰਿਹਾ ਹਾਂ। ਸੋ ਇਹ ਸਵੈ ਵਿਸ਼ਲੇਸ਼ਣ ਕਰਨ ਵਾਲੀ ਕਵਿਤਾ ਹੈ। ਪੰਜਾਬੀ ਦੀ ਸਿਆਸੀ ਕਵਿਤਾ ਜੋ ਬਹੁਤ ਸਾਰੀ ਹੁਣ ਲਿਖੀ ਜਾ ਰਹੀ ਹੈ, ਉਸ ਦੇ ਵਿੱਚ ਜਿਹੜੇ ਇੱਕ ਦੂਸਰੀ ਧਿਰ ਦੇ ਨਾਲ ਜਿਹੜਾ ਸੰਵਾਦ ਹੈ ਉਹ ਤਾਂ ਹੈ ਹੀ ਹੈ, ਲੇਕਿਨ ਮਹੱਤਵਪੂਰਨ ਪਛਾਣਨ ਵਾਲੀ ਗੱਲ ਜੋ ਸ਼ਬਦੀਸ਼ ਦੀ ਕਵਿਤਾ ਵਿੱਚ ਵੀ ਹੈ ਉਹ ਇਹ ਹੈ ਕਿ ਇਹ ਆਪਣੇ ਆਪ ਦੇ ਨਾਲ ਸੰਵਾਦ ਕਰਦੀ ਹੈ, ਇਹ ਸਵੈ ਵਿਸ਼ਲੇਸ਼ਣ ਕਰਦੀ ਹੈ ਔਰ ਇਸ ਸਵੈ ਵਿਸ਼ਲੇਸ਼ਣ ਦੇ ਵਿੱਚੋਂ ਇੱਥੋਂ ਤੱਕ ਕਿ ਆਪਣੀ ਧਿਰ ਦੇ ਜੋ ਹੁੰਗਾਰੇ ਨੇ, ਜਿਸ ਤਰੀਕੇ ਨਾਲ ਬਹੁਤ ਸਾਰੇ ਸੱਤਾ ਕੇਂਦਰਿਤ ਕਿਸਮ ਦੇ ਹੁੰਗਾਰੇ ਆਪਣੀ ਧਿਰ ਵੀ ਜਿਹੜੀ ਹੈ ਉਹ ਕਵੀ ਨੂੰ ਦਿੰਦੀ ਹੈ, ਉਹਨਾਂ ਹੁੰਗਾਰਿਆਂ ਨੂੰ ਵੀ ਉਸਨੇ ਬੜੀ ਖੂਬਸੂਰਤੀ ਦੇ ਨਾਲ ਆਪਣੀ ਕਵਿਤਾ ਦੇ ਵਿੱਚ ਉਹਨੇ ਪੇਸ਼ ਕੀਤਾ। ਸੋ ਜਿਵੇਂ ਉਹਨੇ ਲਿਖਿਆ ਕਿ ਲਹਿਰਾਂ ਤੇ ਸਿਰਨਾਵਾਂ ਲਿਖਣ ਲਈ ਸਾਗਰ 'ਚ ਲਹਿਣਾ ਪੈਂਦਾ ਏ, ਪਰ ਅਸੀਂ ਤਾਂ ਕਈ ਚਿਰਾਂ ਤੋਂ ਕੰਢੇ ਉੱਤੇ ਬਹਿ ਕੇ ਹੀ ਸਾਗਰ ਅੰਦਰ ਉੱਠਦੀਆਂ ਲਹਿਰਾਂ ਉੱਤੇ ਤਬਸਰਾ ਫਰਮਾਉਣ ਦੇ ਆਦੀ ਹੋ ਗਏ ਹਾਂ। ਸੋ ਇਹ ਸ਼ਬਦੀਸ਼ ਦੀ ਕਵਿਤਾ ਦਾ ਇੱਕ ਵੱਖਰਾ ਪਸਾਰ ਹੈ ਔਰ ਇਹ ਪਸਾਰ ਪੰਜਾਬੀ ਕਵਿਤਾ ਨੂੰ ਵੀ ਹੋਰ ਅਮੀਰ ਕਰਨ ਵਾਲਾ ਹੈ।